ਕੇਂਦਰ ਸਰਕਾਰ ਦਾ ਅੱਜ ਬਜਟ ਪੇਸ਼ ਹੋ ਰਿਹਾ। ਆਖਰਕਾਰ ਕਿਸਾਨ ਕੀ ਸੋਚਦੇ ਨੇ, ਕਿਸਾਨਾਂ ਨੂੰ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਕੇਂਦਰ ਦੇ ਇਸ ਬਜਟ ਤੋਂ। ਇਸ ਲਈ ਅੱਜ ਅਸੀਂ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ, ਕਿਉਂਕਿ 1 ਸਾਲ ਤੋਂ ਲਗਾਤਾਰ ਇਹ ਮੋਰਚਾ ਲੱਗਿਆ ਹੋਇਆ ਖਨੌਰੀ ਬਾਰਡਰ ਦੇ ਉੱਪਰ। ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਵੀ 26 ਨਵੰਬਰ ਤੋਂ ਲੈ ਕੇ ਆਪਣਾ ਮਰਨ ਵਰਤ ਉਹਨਾਂ ਵੱਲੋਂ ਜਾਰੀ ਹੈਗਾ। ਸਾਡੇ ਨਾਲ ਕਿਸਾਨ ਨੇਤਾ ਵੀ ਨੇ, ਕਿਸਾਨ ਵੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਕਾਕਾ ਜੀ, ਕਿਸ ਤਰ੍ਹਾਂ ਦੇਖਦੇ ਹੋਗੇ ਅੱਜ ਕੇਂਦਰ ਦਾ ਬਜਟ ਜਿਹੜਾ ਆ ਰਿਹਾ ਹੈਗਾ? ਬਜਟ ਤੋਂ ਕਿੰਨੀਆਂ ਕੁ ਉਮੀਦਾਂ ਨੇ? ਕੀ ਦੇਖਦਾ ਪੰਜਾਬ ਦਾ ਕਿਸਾਨ, ਪੰਜਾਬ ਦੇ ਲਈ ਫਸਲਾਂ ਦੇ ਮੁੱਲ ਕਿਸ ਤਰ੍ਹਾਂ ਦੇ ਹੋਣ, ਕਿਸ ਤਰ੍ਹਾਂ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਵੇ, ਕਿਉਂਕਿ ਜਿਸ ਦੇ ਨਾਲ ਪੰਜਾਬ ਦੀ ਸਥਿਤੀ ਹੈ ਜਿਹੜੀ ਉਹ ਕਿਸਾਨ ਹੋਰ ਖੁਸ਼ਹਾਲ ਹੋਵੇ। ਵਿੱਕੀ, ਪਹਿਲੀ ਗੱਲ ਤਾਂ ਜਿਹੜਾ ਬਜਟ ਹੈ, ਬਜਟ ਤੋਂ ਹੁੰਦਾ ਹੀ ਉਮੀਦ ਆ। ਬਜਟ ਬਣਾਇਆ ਜਾਂਦਾ ਹੈ ਆਪਾਂ 6 ਮਹੀਨਿਆਂ ਦਾ, ਸਾਲ ਦਾ, ਭਾਵੇਂ ਉਹ ਘਰ ਦਾ ਬਜਟ ਹੋਵੇ, ਭਾਵੇਂ ਕੇਂਦਰ ਦਾ ਹੋਵੇ, ਭਾਵੇਂ ਸਟੇਟ ਦਾ ਹੋਵੇ। ਬਜਟ ਤੋਂ ਉਮੀਦ ਹੀ ਹੁੰਦੀ ਆ ਵੀ 2 ਪੈਸੇ ਬਚ ਕੇ ਸਾਡੇ ਖਾਤੇ 'ਚ ਆਉਣਗੇ, ਕੋਈ ਸਾਡੇ ਭਲੇ ਲਈ ਕੰਮ ਜਿਹੜੇ ਹੋਣਗੇ। ਪਰ ਜਿਹੜਾ ਅੱਜ ਬਜਟ ਪੇਸ਼ ਹੋ ਰਿਹਾ ਥੋੜ੍ਹੇ ਸਮੇਂ 'ਚ ਹੀ, ਤਾਂ ਆਸ ਕਰਾਂਗੇ ਕਿ ਪਹਿਲੀ ਗੱਲ ਤਾਂ ਕਿਸਾਨ ਜਿਹੜੇ ਖੁਦਕਸ਼ੀਆਂ ਹੋ ਰਹੀਆਂ ਨੇ, ਘਰਾਂ ਦੀਆਂ ਮਜ਼ਦੂਰਾਂ ਦੀਆਂ ਨਿਲਾਮੀਆਂ ਹੋ ਰਹੀਆਂ ਨੇ, ਪਹਿਲੀ ਗੱਲ ਤਾਂ ਜਿਹੜਾ ਅੱਜ ਕਰਜ਼ੇ ਤੋਂ ਮੁਕਤ ਕਰਨਾ ਚਾਹੀਦਾ ਪੂਰੇ ਭਾਰਤ ਦਾ ਕਿਸਾਨ, ਇਹ ਪੂਰਾ। ਤੇ ਬਾਕੀ ਖੇਤੀ ਵਾਸਤੇ ਵੱਡਾ ਯੋਗਦਾਨ ਕਿਸਾਨਾਂ ਦਾ ਪੂਰੇ ਦੇਸ਼ ਦੇ ਵਿੱਚ। ਉਹਨਾਂ ਦੇ ਨਾਲ ਮਜ਼ਦੂਰ ਵੀ ਜੁੜੇ ਨੇ, ਜਿਹੜੇ ਮਜ਼ਦੂਰ ਆਪਣੇ ਮੰਡੀਆਂ ਦੇ ਵਿੱਚ ਉਹ ਵੀ ਜੁੜੇ ਨੇ। ਮੈਨੂੰ ਇਹ ਲੱਗਦਾ ਇੱਕ ਵੱਖਰਾ ਬਜਟ ਪੇਸ਼ ਕਰੇ ਸਰਕਾਰ, ਵੱਖਰਾ ਬਜਟ ਪੇਸ਼ ਕਰਕੇ ਜਿਹੜੇ ਸਾਡੇ ਜਿਣਸ ਪੈਦਾ ਕਰਦੇ ਆ, ਜਦੋਂ ਅਸੀਂ ਖੇਤ 'ਚੋਂ ਦਾਣਾ ਮੰਡੀ ਤੱਕ ਲੈ ਕੇ ਜਾਂਦੇ, ਬੜੇ ਹਾਦਸੇ ਵਾਪਰਦੇ ਆ, ਉਹਨਾਂ ਲਈ ਵੀ ਬਜਟ ਦਾ ਵਾਧਾ ਹੋਣਾ ਚਾਹੀਦਾ। ਬਾਕੀ ਬਹੁਤ ਜਿਹੜੇ ਹੋਰ ਵੀ ਸਾਡੇ ਸਪਰੇਅ ਕਰਦੇ, ਪਾਣੀ ਲਾਉਂਦੇ ਤੋਂ ਸਭ ਕਿਤੇ ਟੰਗਿਆ, ਉਹ ਜਿਹੜੀਆਂ ਰਾਸ਼ੀਆਂ ਬਹੁਤ ਘੱਟ ਨੇ, ਉਹ ਇਕੱਲਾ ਮੰਡੀਕਰਨ ਬੋਰਡ ਕੋਲ ਹੀ ਹੈ। ਤੇ ਇਹਦਾ ਸਪੈਸ਼ਲ ਵੱਡਾ ਬਜਟ ਰੱਖ ਕੇ ਜੇ ਦੇਸ਼ ਲਈ, ਜੇ ਪੂਰੇ ਜਿਹੜਾ ਸਰਕਾਰ ਕਹਿ ਰਹੀ ਹੈ ਬਈ ਫਲਾਨੀ ਫਸਲ ਉਗਾਓ, ਫਲਾਨੀ ਫਸਲ ਉਗਾਓ, ਮੈਨੂੰ ਲੱਗਦਾ ਵੀ ਕਿਸਾਨ ਨੇ ਕੋਈ ਫਸਲ ਦੇਸ਼ ਦੇ ਵਿੱਚ ਛੱਡੀ ਨਹੀਂ ਹੋਣੀ। ਮੰਡੀਕਰਨ ਬੋਰਡ ਨਾ ਹੋਣ ਕਰਕੇ ਤਾਂ ਉਹ ਕਿਸਾਨਾਂ ਨੂੰ, ਦੇਖੋ ਅਸੀਂ ਟਿੱਬਿਆਂ ਦੇ ਉੱਤੇ ਅੰਗੂਰ ਵੀ ਲਾਤੇ, ਅੰਗੂਰ ਪੱਟਣੇ ਪਏ। ਕਿੰਨੂਆਂ ਦਾ ਹੁਣ ਪੋਜੀਸ਼ਨ ਕੀ ਹੈ? ਹਬੋਰ ਇਲਾਕੇ ਦੇ ਵਿੱਚ ਕੋਈ ਵਪਾਰੀ ਨਹੀਂ ਜਾ ਰਿਹਾ, ਵਪਾਰੀ ਕਿਸਾਨ ਜਥੇਬੰਦੀਆਂ ਦਾ ਨਾਮ ਵਰਤ ਰਹੇ ਨੇ ਜੀ, ਸਾਨੂੰ ਆਉਣ ਨਹੀਂ ਦਿੰਦੇ। ਅਸਲ ਦੇ ਵਿੱਚ 4 ਛਪੇਰੇ ਲੁੱਟ ਹੋ ਰਹੀ ਹੈ। ਮੈਨੂੰ ਲੱਗਦਾ ਵੀ ਖੇਤੀ ਨੀਤੀ ਬਣੀ, 1 ਸਾਲ ਦਾ ਬਜਟ ਪਿਆ ਹੋਵੇ ਤਾਂ ਪਤਾ ਲੱਗੇ ਕਿਸਾਨਾਂ ਨੂੰ। ਇਸ ਲਈ ਸਰਕਾਰ ਨੇ ਉਹ ਵਰਤਿਆ ਕਿ ਇਕੱਲਾ ਖਜ਼ਾਨੇ 'ਚ ਹੀ ਪਿਆ, ਦਿੱਤਾ ਕਿ ਨਹੀਂ ਦਿੱਤਾ। ਤਾਂ ਮੈਨੂੰ ਲੱਗਦਾ ਵੀ ਬਜਟ ਦਾ ਮਤਲਬ ਇਹ ਹੈ ਕਿ ਸਾਡਾ ਕਿੰਨਾ ਨੁਕਸਾਨ ਹੁੰਦਾ, ਕਿੰਨੀ ਫਸਲ ਦੀ ਪੈਦਾਵਾਰ ਹੋਈ ਹੈ, ਕਿੰਨੀ ਨੁਕਸਾਨ ਹੋਇਆ। ਜੇ ਨੁਕਸਾਨ ਹੋਇਆ ਤਾਂ ਉਹ ਬਜਟ ਉਸ 'ਤੇ ਦਿੱਤਾ ਜਾਵੇ। ਤਾਂ ਆਸ ਮੈਨੂੰ ਇਹ ਲੱਗਾ ਕਿ ਬਾਕੀ ਜਿਹੜੇ ਬਜਟ ਨਾਲ ਮੁੱਦੇ ਜੁੜੇ ਹੋਏ, ਜਿਵੇਂ MSP ਗਰੰਟੀ ਕਾਨੂੰਨ ਹੈ, ਸਵਾਮੀਨਾਥਨ ਦੀ ਰਿਪੋਰਟ ਹੈ, ਕਰਜ਼ੇ ਤੋਂ ਮੁਕਤ ਕਰਨਾ, ਇਹ ਅੱਜ ਦੇ ਬਜਟ ਦੇ ਨਾਲ ਮੇਨ ਮੰਗਾਂ ਨੇ। ਜੇ ਸਰਕਾਰ ਸਪੈਸ਼ਲ ਨੀਤੀ ਪਾਲਿਸੀ ਬਣਾ ਕੇ ਵੱਖਰੀ ਪਹਿਲਾਂ ਤਿਆਰ ਕਰਦੀ, ਮੀਟਿੰਗਾਂ ਸੱਦ ਕੇ ਲੋਕਾਂ ਦੀਆਂ ਰਾਇਆਂ ਲੈ ਕੇ, ਹੁਣ ਉਹਨਾਂ ਲੋਕਾਂ ਤੋਂ ਰਾਏ ਲਿੱਤੀ ਜਾ ਰਹੀ ਹੈ ਜਿਹਦੇ ਰਾਏ ਦੇ ਖਿਲਾਫ ਅਸੀਂ ਲੜ ਰਹੇ ਹਾਂ। ਅਡਾਨੀਆਂ ਬਾਨੀਆਂ ਦੀਆਂ ਅੱਜ ਜਿਹੜੀਆਂ ਦਲੀਲਾਂ ਸੁਣ ਕੇ ਉਹ ਬਜਟ ਪੇਸ਼ ਹੋਊਗਾ, ਕਿਸਾਨਾਂ ਮਜ਼ਦੂਰਾਂ ਦਾ ਬਜਟ ਪੇਸ਼। बिल्कुल। खौड़ साहब, कैसे देखते हो कि हरियाणा, पंजाब, हरियाणा और यही किसान है जो आंदोलन कर रहा है, यही किसान है जो किसानों की आवाज़ उठाने में सबसे आगे होता है, तो कैसे लग रहा है कि आज के बजट से? देखो, जैसे काका सिंह कोटड़ा जी ने भी कहा, किसानों की सबसे जो महत्वपूर्ण मांग है वो है MSP गारंटी कानून। और सभी दर्शकों को ये समझना जरूरी है, MSP गारंटी कानून का मतलब है मिनिमम सपोर्ट प्राइस, यानी न्यूनतम समर्थन मूल्य। किसानों को सिर्फ जिंदा रखने के लिए जो घोषित किया जाता है उसका नाम है MSP, कि भाई कम से कम इतना तो दे ही दो इनको। लेकिन हमारे देश की विडंबना ये है पिछले 78 सालों की आजादी के बाद की, कि जो कम से कम हमारे लिए घोषित किया जाता है वो कम से कम भी किसानों को नहीं मिलता। तो हमारी सबसे पहली लड़ाई तो ये है कि जो आप कम से कम घोषित कर रहे हो, कम से कम वो तो हमें मिल जाए, अन्यथा उसको खाली घोषित करने का कोई अर्थ नहीं रह जाता। अब ये कह दें, जैसे उदाहरण के तौर पे इन्होंने मूंग का कर दिया, भाई 8682 रुपया प्रति क्विंटल उसका MSP है। मूंग बिक रही है 6000 6500 रुपए में, तो 2000 2500 का प्रति क्विंटल घाटा हो रहा है। तो 8682 आप कागजों पे घोषित करे रहो, चाहे आप कागजों पे तो चाहे 20,000 रुपए प्रति क्विंटल घोषित कर दो, जब वो मिलना ही नहीं है तो उस घोषित करने का कोई अर्थ नहीं रह जाता। इसलिए सबसे पहली और सबसे मेजर डिमांड है, जिसके लिए सरदार जगजीत सिंह डल्लेवाल जी 2 महीने से अधिक हो गया उनको आमरण अनशन करते हुए,
55वें दिन किसानों के दबाव की वजह से उन्होंने मिनिमम मेडिकल एड लेनी शुरू करी। उसके अलावा ना वो कुछ खा रहे हैं, ना कुछ पी रहे हैं, 69 दिन उनको हो गए हैं। तो मुझे लगता है कि एक किसान का दर्द है, वो वित्त मंत्री जी को उसको समझना चाहिए, प्रधानमंत्री जी को समझना चाहिए, देश के कृषि मंत्री को समझना चाहिए। आपको लगता नहीं कि वो मैंने किसान निधि योजना के तहत बहुत पैसा किसानों को आता है, वो भी बढ़ाई जा सकती है कि उसका कोई फायदा हो रहा है किसान को पूरे देश में? देखो आप जो ये मॉडल है डायरेक्ट बेनिफिट ट्रांसफ़र का, जो डीबीटी स्कीम जिसको बोल देते हैं, ये पश्चिमी देशों में जब इसकी शुरुआत हुई तो वहाँ आज अमेरिका में एक किसान को प्रति वर्ष लगभग 80 लाख रुपया डायरेक्ट बेनिफिट ट्रांसफर के तहत दिया जाता है। और वो दे सकते हैं क्योंकि उनकी अर्थव्यवस्था बहुत बड़ी है, हमसे कई गुना ज़्यादा बड़ी है। लेकिन भारत में एक तो किसानों की संख्या ज़्यादा है, अमेरिका में तो 1.5-2% किसान हैं, इकोनॉमी उनकी बड़ी है। यहाँ किसानों की संख्या बहुत ज़्यादा है, इकोनॉमी उतनी बड़ी नहीं है। तो यहाँ आप कितना मैक्सिमम दे सकते हो, ये अपने आप में एक बहुत बड़ा प्रश्न है। अब 6,000 रुपये का अगर आप हिसाब लगाएँगे, तो वो महीने का हो गया 500 रुपये। तो आप दिन का उसको निकाल लो, दिन का कितना हो गया, वो 15 रुपए 16 रुपए आ गया। तो अगर 5 मेंबर हैं एक परिवार में तो 3 रुपया डेली का आ गया। तो 3 रुपए में एक व्यक्ति क्या कर सकता है, क्या नहीं कर सकता, कितना इस्तेमाल करेगा, 3 रुपए में से कितना बचाएगा, ये अपने आप में एक बड़ा प्रश्न चिन्ह है। हमें आज भी ये लगता है कि जो फसलों की उचित कीमत है, वो देनी चाहिए। बाकी डीबीटी जैसी स्कीम है वो भी चलती रहे, उस पे हमारा कोई एतराज नहीं है। ਬਿਲਕੁਲ ਸਾਫ਼ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਫਸਲਾਂ ਦੀ ਕੀਮਤ ਆ ਉਹਨਾਂ ਨੂੰ ਚੰਗੀ ਮਿਲਣੀ ਚਾਹੀਦੀ ਆ। ਇਸ ਬਜਟ ਤੋਂ ਉਹਨਾਂ ਨੂੰ ਇਹੀ ਉਮੀਦਾਂ ਨੇ। ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਬੁੱਲਰ, ਖਨੌਰੀ ਬਾਰਡਰ।